ਸਾਡਾ ਟੀਵੀ USA ਨਾਲ ਜੁੜੇ ਹੋਏ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਇੱਕ ਵਾਰ ਫੇਰ ਤੁਹਾਡੇ ਲਈ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਤੇ ਅੱਜ ਦੀ ਵੀਡੀਓ 'ਚ ਅਸੀਂ ਚਰਚਾ ਕਰਾਂਗੇ ਜਰਮਨੀ ਦੇ ਤਾਨਾਸ਼ਾਹ ਬਾਦਸ਼ਾਹ ਹਿਟਲਰ ਦੀ ਮੌਤ ਦੇ ਬਾਰੇ ਦੇ ਵਿੱਚ। ਹਿਟਲਰ ਜਿਸ ਨੇ ਕਿ 30 ਅਪ੍ਰੈਲ ਯਾਨੀ ਕਿ ਅੱਜ ਦੇ ਦਿਨ ਖੁਦ ਨੂੰ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ। ਉਸ ਪਿੱਛੇ ਕੀ ਕਾਰਨ ਬਣੇ, ਹਿਟਲਰ ਦੀ ਮਨੋਦਸ਼ਾ ਉਸ ਸਮੇਂ ਕੀ ਸੀ, ਅਸੀਂ ਇਹ ਛੋਟੀ ਜਿਹੀ ਵੀਡੀਓ 'ਚ ਉਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਜੇਕਰ ਤੁਹਾਡੇ ਕੋਲ ਵੀ ਹਿਟਲਰ ਦੀ ਮੌਤ ਬਾਰੇ ਕੋਈ ਜਾਣਕਾਰੀ ਹੈ ਤਾਂ ਕਮੈਂਟ ਬਾਕਸ ਵਿੱਚ ਸਾਂਝੀ ਕਰਨ ਦੀ ਜ਼ਰੂਰ ਕਿਰਪਾਲਤਾ ਕਰੋ। ਦਰਅਸਲ 25 ਅਪ੍ਰੈਲ 1945 ਮਗਰੋਂ ਹਿਟਲਰ ਦੇ ਜੀਵਨ ਦਾ ਸਿਰਫ ਇੱਕ ਹੀ ਮਕਸਦ ਸੀ, ਖੁਦ ਆਪਣੀ ਮੌਤ ਦੀ ਤਿਆਰੀ ਕਰਨਾ। 25 ਅਪ੍ਰੈਲ ਨੂੰ ਹੀ ਉਸਨੇ ਆਪਣੇ ਅੰਗ ਰੱਖਿਅਕ ਹੀਜ਼ਲਿੰਗੇ ਨੂੰ ਸੱਦ ਕੇ ਕਿਹਾ ਸੀ, ਜਿਉਂ ਹੀ ਮੈਂ ਆਪਣੇ ਆਪ ਨੂੰ ਗੋਲੀ ਮਾਰਾਂ ਤਾਂ ਤੁਸੀਂ ਮੇਰੇ ਮੁਰਦਾ ਜਿਸਮ ਨੂੰ ਚਾਂਸਲਰੀ ਦੇ ਬਗੀਚੇ ਵਿੱਚ ਲਿਜਾ ਕੇ ਉਸ ਨੂੰ ਅੱਗ ਲਗਾ ਦੇਣਾ। ਮੇਰੀ ਮੌਤ ਤੋਂ ਬਾਅਦ ਕੋਈ ਮੈਨੂੰ ਨਾ ਵੇਖ ਸਕੇ ਅਤੇ ਨਾ ਪਛਾਣ ਸਕੇ। ਇਸ ਤੋਂ ਬਾਅਦ ਤੁਸੀਂ ਮੇਰੇ ਕਮਰੇ ਵਿੱਚ ਵਾਪਸ ਜਾਣਾ, ਮੇਰੀ ਵਰਦੀ, ਕਾਗਜ਼ ਅਤੇ ਹਰ ਉਹ ਚੀਜ਼ ਜਿਸ ਨੂੰ ਮੈਂ ਇਸਤੇਮਾਲ ਕੀਤਾ ਹੈ ਇਕੱਠਿਆ ਕਰਨਾ ਤੇ ਬਾਹਰ ਆ ਕੇ ਉਹਨਾਂ ਨੂੰ ਅੱਗ ਲਗਾ ਦੇਣਾ। ਸਿਰਫ ਅੰਟਨ ਗ੍ਰਾਫ ਦੇ ਬਣਾਏ ਫਰੈਡਰਿਕ ਮਹਾਨ ਦੇ ਚਿੱਤਰ ਨੂੰ ਤੁਸੀਂ ਹੱਥ ਨਹੀਂ ਲਾਉਣਾ, ਜਿਸ ਨੂੰ ਮੇਰਾ ਡਰਾਈਵਰ ਮੇਰੀ ਮੌਤ ਤੋਂ ਬਾਅਦ ਸੁਰੱਖਿਅਤ ਬਰਲਿਨ ਤੋਂ ਬਾਹਰ ਲੈ ਜਾਵੇਗਾ। ਆਪਣੇ ਜੀਵਨ ਦੇ ਆਖਰੀ ਦਿਨਾਂ ਵਿੱਚ ਹਿਟਲਰ ਧਰਤੀ ਤੋਂ 50 ਫੁੱਟ ਥੱਲੇ ਬਣਾਏ ਬੰਕਰ ਵਿੱਚ ਹੀ ਕੰਮ ਕਰਦਾ ਅਤੇ ਸੌਂਦਾ ਸੀ। ਆਪਣੀ ਚਹੇਤੀ ਕੁੱਤੀ ਬਲਾਂਡੀ ਨੂੰ ਕਸਰਤ ਕਰਾਉਣ ਲਈ ਉਹ ਕਦੀ-ਕਦੀ ਚਾਂਸਲਰੀ ਦੇ ਬਗੀਚੇ ਵਿੱਚ ਜਾਂਦਾ, ਜਿੱਥੇ ਚੌਂ ਪਾਸੇ ਬੰਬਾਂ ਨਾਲ ਤਬਾਹ ਹੋਈਆਂ ਇਮਾਰਤਾਂ ਦੇ ਮਲਬੇ ਪਏ ਹੁੰਦੇ। ਹਿਟਲਰ ਸਵੇਰੇ 5 ਜਾਂ 6 ਵਜੇ ਸੌਣ ਜਾਂਦਾ ਸੀ, ਦੁਪਹਿਰ ਦੇ ਆਸ-ਪਾਸ ਸੌਂ ਕੇ ਉੱਠਦਾ ਸੀ। ਹਿਟਲਰ ਦੀ ਨਿੱਜੀ ਸੈਕਟਰੀ ਤਰਾਉਂਦੀ ਜੂੰਗਾ ਆਖਰੀ ਪਲਾਂ ਤੱਕ ਉਸ ਬੰਕਰ ਵਿੱਚ ਹਿਟਲਰ ਦੇ ਨਾਲ ਸੀ। ਇੱਕ ਵਾਰ ਕਿਸੇ ਟੀਵੀ ਚੈਨਲ ਨਾਲ ਗੱਲ ਕਰਦੇ ਹੋਏ ਉਸਨੇ ਕਿਹਾ ਸੀ, ਆਖਰੀ 10 ਦਿਨ ਅਸਲ ਵਿੱਚ ਸਾਡੇ ਲਈ ਬੁਰੇ ਸੁਪਨੇ ਵਰਗੇ ਸਨ। ਅਸੀਂ ਬੰਕਰ ਵਿੱਚ ਲੁਕੇ ਬੈਠੇ ਸੀ, ਰੂਸੀ ਸਾਡੇ ਨੇੜੇ ਆ ਰਹੇ ਸਨ। ਅਸੀਂ ਉਹਨਾਂ ਦੀ ਗੋਲੀਬਾਰੀ, ਬੰਬਾਂ ਤੇ ਗੋਲਿਆਂ ਦੀ ਆਵਾਜ਼ ਸਾਫ਼ ਸੁਣ ਸਕਦੇ ਸੀ। ਹਿਟਲਰ ਬੰਕਰ ਵਿੱਚ ਬੈਠ ਕੇ ਉਡੀਕ ਕਰ ਰਿਹਾ ਸੀ ਕਿ ਕੋਈ ਆ ਕੇ ਉਸ ਨੂੰ ਬਚਾਏਗਾ। ਪਰ ਇੱਕ ਗੱਲ ਉਸਨੇ ਸ਼ੁਰੂ ਤੋਂ ਹੀ ਸਾਫ਼ ਕਰ ਦਿੱਤੀ ਸੀ, ਜੇਕਰ ਲੜਾਈ ਵਿੱਚ ਉਸ ਦੀ ਜਿੱਤ ਨਹੀਂ ਹੁੰਦੀ ਤਾਂ ਬਰਲਿਨ ਛੱਡ ਕੇ ਕਦੀ ਨਹੀਂ ਜਾਵੇਗਾ ਅਤੇ ਆਪਣੇ ਹੀ ਹੱਥਾਂ ਨਾਲ ਆਪਣੀ ਜਾਨ ਲੈ ਲਵੇਗਾ। ਇਸ ਲਈ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਕੀ ਹੋਣ ਵਾਲਾ ਹੈ। ਜਦ 22 ਅਪ੍ਰੈਲ 1945 ਨੂੰ ਹਿਟਲਰ ਨੇ ਸਾਨੂੰ ਸਾਰਿਆਂ ਨੂੰ ਕਿਹਾ ਕਿ ਜੇਕਰ ਤੁਸੀਂ ਚਾਹੋ ਤਾਂ ਬਰਲਿਨ ਤੋਂ ਬਾਹਰ ਜਾ ਸਕਦੇ ਹੋ, ਤਾਂ ਉਹਨਾਂ ਦੀ ਪ੍ਰੇਮਿਕਾ ਈਵਾ ਬਰਾਊਨ ਸਭ ਤੋਂ ਪਹਿਲਾਂ ਬੋਲੀ, ਤੁਹਾਨੂੰ ਪਤਾ ਹੈ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੀ, ਮੈਂ ਇੱਥੇ ਹੀ ਰਹਾਂਗੀ। ਸਹਿ ਸੁਭਾਅ ਅਤੇ ਆਪਣੇ ਆਪ ਉਸ ਦੇ ਮੂੰਹ 'ਚੋਂ ਇਹੀ ਗੱਲ ਨਿਕਲੀ। ਉਸੇ ਦੌਰਾਨ ਹਿਟਲਰ ਦੇ ਯੁੱਧ ਉਤਪਾਦਨ ਮੰਤਰੀ ਆਲਬਰਟ ਸਪੀਅਰ ਉਸ ਨੂੰ ਮਿਲਣ ਅਤੇ ਅਲਵਿਦਾ ਕਹਿਣ ਬੰਕਰ ਵਿੱਚ ਆਇਆ ਸੀ। ਬਾਅਦ ਵਿੱਚ ਸਪੀਅਰ ਨੇ ਯਾਦ ਕੀਤਾ, ਉਦੋਂ ਤੱਕ ਹਿਟਲਰ ਦੀ ਸ਼ਖਸੀਅਤ ਵਿੱਚ ਬਹੁਤ ਤਬਦੀਲੀਆਂ ਆ ਗਈਆਂ ਸਨ। ਆਪਣੇ ਜੀਵਨ ਦੇ ਆਖਰੀ ਹਫ਼ਤਿਆਂ ਵਿੱਚ ਹਿਟਲਰ ਦੀ ਹਾਲਤ ਇਹੋ ਜਿਹੀ ਹੋ ਗਈ ਸੀ ਕਿ ਉਸ 'ਤੇ ਸਿਰਫ ਤਰਸ ਖਾਧਾ ਜਾ ਸਕਦਾ ਸੀ। ਉਸ ਦਾ ਪੂਰਾ ਸਰੀਰ ਹਿੱਲਣ ਲੱਗਾ ਸੀ, ਉਸ ਦੇ ਮੋਢੇ ਝੁਕ ਗਏ ਸਨ, ਉਸ ਦੇ ਕੱਪੜੇ ਗੰਦੇ ਸਨ। ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਦਾ ਮੇਰੇ ਪ੍ਰਤੀ ਵਤੀਰਾ ਬਹੁਤ ਠੰਡਾ ਸੀ। ਮੈਂ ਉਸ ਤੋਂ ਵਿਦਾ ਲੈਣ ਆਇਆ ਸੀ। ਉਸ ਨੂੰ ਪਤਾ ਸੀ ਕਿ ਅਸੀਂ ਆਖਰੀ ਵਾਰ ਮਿਲ ਰਹੇ ਸੀ, ਪਰ ਮੈਨੂੰ ਨਹੀਂ ਯਾਦ ਆਉਂਦਾ ਉਸਨੇ ਮੈਨੂੰ ਕੋਈ ਇਹੋ ਜਿਹੀ ਚੀਜ਼ ਕਹੀ ਹੋਵੇ ਜੋ ਦਿਲ ਨੂੰ ਛੂਹਣ ਵਾਲੀ ਹੋਵੇ। ਹਿਟਲਰ ਦੀ ਉਸ ਸਮੇਂ ਦੀ ਹਾਲਤ ਦਾ ਵਰਣਨ ਦ ਲਾਈਫ ਐਂਡ ਡੈਥ ਆਫ ਅਡੋਲਫ ਹਿਟਲਰ ਲਿਖਣ ਵਾਲੇ ਰਾਬਰਟ ਪੈਨ ਨੇ ਵੀ ਕੀਤਾ ਹੈ। ਪੈਨ ਲਿਖਦੇ ਹਨ, ਹਿਟਲਰ ਦਾ ਚਿਹਰਾ ਸੁੱਜ ਗਿਆ ਸੀ, ਉਸ ਵਿੱਚ ਝੁਰੜੀਆਂ ਪੈ ਗਈਆਂ ਸਨ, ਉਸ ਦੀਆਂ ਅੱਖਾਂ 'ਚੋਂ ਜੀਵਨ ਜਾਂਦਾ ਰਿਹਾ ਸੀ। ਕਦੀ-ਕਦੀ ਉਸ ਦਾ ਸੱਜਾ ਹੱਥ ਬੁਰੀ ਤਰ੍ਹਾਂ ਨਾਲ ਕੰਬਣ ਲੱਗਦਾ ਸੀ। ਉਸ ਕੰਬਣੀ ਨੂੰ ਰੋਕਣ ਲਈ ਉਹ ਉਸ ਨੂੰ ਆਪਣੇ ਖੱਬੇ ਹੱਥ ਨਾਲ ਫੜਦਾ ਸੀ, ਜਿਸ ਤਰ੍ਹਾਂ ਨਾਲ ਉਹ ਆਪਣੇ ਮੋਢਿਆਂ ਵਿੱਚ ਸਿਰ ਨੂੰ ਸਕੋੜ ਲੈਂਦੇ ਸਨ। ਉਸ ਤੋਂ ਕਿਸੇ ਬੁੱਢੇ ਗਿਰਜ ਦੀ ਝਲਕ ਮਿਲਦੀ ਸੀ। ਉਸ ਦੇ ਪੂਰੇ ਵਿਅਕਤੀਤਵ ਵਿੱਚ ਸਭ ਨਾਲੋਂ ਵੱਧ ਧਿਆਨ ਦੇਣ ਵਾਲੀ ਗੱਲ ਸੀ ਉਸ ਦੀ ਕਿਸੇ ਸ਼ਰਾਬੀ ਵਾਂਗ ਲੜਖੜਾਉਂਦੀ ਚਾਲ। ਇਹ ਸ਼ਾਇਦ ਇੱਕ ਬੰਬ ਧਮਾਕੇ ਵਿੱਚ ਉਸ ਦੇ ਇੱਕ ਕੰਨ ਦੀ ਇੱਕ ਬਰੀਕ ਝਿੱਲੀ ਨੂੰ ਹੋਏ ਨੁਕਸਾਨ ਕਾਰਨ ਹੋਇਆ ਸੀ। ਉਹ ਥੋੜ੍ਹੀ ਦੂਰ ਤੁਰਦਾ ਅਤੇ ਰੁਕ ਕੇ ਕਿਸੇ ਮੇਜ਼ ਦਾ ਸਿਰਾ ਫੜ ਲੈਂਦਾ। 6 ਮਹੀਨਿਆਂ ਵਿੱਚ ਉਹ 10 ਸਾਲ ਬੁੱਢਾ ਹੋ ਗਿਆ ਸੀ। ਬੰਕਰ ਵਿੱਚ ਆਪਣੇ ਆਖਰੀ ਦਿਨਾਂ ਦੌਰਾਨ ਹੀ ਹਿਟਲਰ ਨੇ ਤੈਅ ਕੀਤਾ ਕਿ ਈਵਾ ਬਰਾਊਨ ਨਾਲ ਵਿਆਹ ਕਰਾ ਕੇ ਆਪਣੇ ਰਿਸ਼ਤੇ ਨੂੰ ਮਾਨਤਾ ਦੇਵੇਗਾ। ਆਪਣੀ ਕਿਤਾਬ 'ਚ ਰਾਬਰਟ ਪੇਨ ਹੋਰ ਲਿਖਦਾ ਹੈ, ਸਵਾਲ ਉੱਠਿਆ ਕਿ ਵਿਆਹ ਕਰਵਾਏਗਾ ਕੌਣ। ਗੋਇਬਲਜ਼ ਨੂੰ ਖਿਆਲ ਆਇਆ ਕਿ ਕਿਸੇ ਵਾਲਟਰ ਵੈਗਨਰ ਨੇ ਉਸ ਦਾ ਵਿਆਹ ਕਰਵਾਇਆ ਸੀ। ਮੁਸ਼ਕਲ ਇਹ ਸੀ ਕਿ ਉਸ ਨੂੰ ਲੱਭਿਆ ਕਿਵੇਂ ਜਾਵੇ। ਉਸ ਦੇ ਆਖਰੀ ਪਤੇ 'ਤੇ ਇੱਕ ਫੌਜੀ ਨੂੰ ਘੱਲਿਆ ਗਿਆ। ਸ਼ਾਮ ਨੂੰ ਬੜੀ ਮੁਸ਼ਕਲ ਨਾਲ ਉਸ ਨੂੰ ਹਿਟਲਰ ਦੇ ਬੰਕਰ ਵਿੱਚ ਲਿਆਂਦਾ ਗਿਆ, ਪਰ ਉਹ ਆਪਣੇ ਨਾਲ ਵਿਆਹ ਦਾ ਸਰਟੀਫਿਕੇਟ ਲਿਆਉਣਾ ਭੁੱਲ ਗਿਆ। ਉਸ ਨੂੰ ਲੈਣ ਉਹ ਮੁੜ ਆਪਣੇ ਘਰ ਗਿਆ। ਰੂਸੀਆਂ ਦੀ ਭਿਆਨਕ ਗੋਲਾਬਾਰੀ ਦੇ ਵਿਚਕਾਰ ਮਲਬੇ ਨਾਲ ਭਰੀਆਂ ਪਈਆਂ ਸੜਕਾਂ ਤੋਂ ਹੁੰਦੇ ਹੋਏ ਵੈਗਨਰ ਵਾਪਸ ਹਿਟਲਰ ਦੇ ਬੰਕਰ ਵਿੱਚ ਪਹੁੰਚਿਆ। ਉਸ ਸਮੇਂ ਵਿਆਹ ਦੀ ਦਾਵਤ ਸ਼ੁਰੂ ਹੋਣ ਵਾਲੀ ਸੀ। ਹਿਟਲਰ ਤੇ ਈਵਾ ਬਰਾਊਨ ਬੜੀ ਬੇਸਬਰੀ ਨਾਲ ਉਹਨਾਂ ਦੀ ਉਡੀਕ ਕਰ ਰਹੇ ਸਨ। ਹਿਟਲਰ ਨੇ ਗੋਇਬਲਜ਼ ਅਤੇ ਬਰਾਊਨ ਨੇ ਬੌਰਮਨ ਨੂੰ ਆਪਣਾ ਗਵਾਹ ਬਣਾਇਆ। ਰਾਬਰਟ ਪੇਨ ਅੱਗੇ ਲਿਖਦੇ ਹਨ, ਵਿਆਹ ਦੇ ਸਰਟੀਫਿਕੇਟ ਉੱਤੇ ਹਿਟਲਰ ਦੇ ਹਸਤਾਖਰ ਇੱਕ ਮਰੇ ਹੋਏ ਕੀੜੇ ਦੀ ਤਰ੍ਹਾਂ ਦਿਸ ਰਹੇ ਸਨ। ਈਵਾ ਬਰਾਊਨ ਨੇ ਵਿਆਹ ਤੋਂ ਪਹਿਲਾਂ ਵਾਲਾ ਨਾਂ ਬਰਾਊਨ ਲਿਖਣਾ ਚਾਹਿਆ। ਉਹਨਾਂ ਨੇ ਬੀ ਲਿਖ ਵੀ ਦਿੱਤਾ, ਪਰ ਫਿਰ ਉਸਨੇ ਇਸ ਨੂੰ ਕੱਟਿਆ ਅਤੇ ਫਿਰ ਸਾਫ਼-ਸਾਫ਼ ਈਵਾ ਹਿਟਲਰ ਲਿਖਿਆ। ਗੋਇਬਲਜ਼ ਨੇ ਮੱਕੜੀ ਦੇ ਜਾਲੇ ਨਾਲ ਮਿਲਦੇ ਜੁਲਦੇ ਹਸਤਾਖਰ ਕੀਤੇ, ਪਰ ਇਸ ਤੋਂ ਪਹਿਲਾਂ ਉਹ ਡਾਕਟਰ ਲਗਾਉਣਾ ਨਾ ਭੁੱਲੇ। ਸਰਟੀਫਿਕੇਟ ਉੱਪਰ ਤਰੀਕ ਲਿਖੀ ਗਈ ਸੀ 29 ਅਪ੍ਰੈਲ, ਜੋ ਕਿ ਗਲਤ ਸੀ
ਕਿਉਂਕਿ ਵਿਆਹ ਹੁੰਦੇ ਹੁੰਦੇ ਰਾਤ ਦੇ 12:25 ਹੋ ਚੁੱਕੇ ਸਨ। ਕਾਇਦੇ ਨਾਲ ਉਸ 'ਤੇ 30 ਅਪ੍ਰੈਲ ਲਿਖਿਆ ਜਾਣਾ ਸੀ। ਵਿਆਹ ਤੋਂ ਬਾਅਦ ਦੇ ਭੋਜ ਵਿੱਚ ਬੌਰਮਨ ਗੋਇਬਲਜ਼, ਮਗਦਾ ਗੋਇਬਲਜ਼, ਜਨਰਲ ਕੈਂਬਰੇਜ, ਜਨਰਲ ਬਰਗਡਾਫਰ, ਹਿਟਲਰ ਦੀਆਂ 2 ਨਿੱਜੀ ਸਕੱਤਰਾਂ, ਉਹਨਾਂ ਦਾ ਸ਼ਾਕਾਹਾਰੀ ਰਸੋਈਆ ਵੀ ਸ਼ਾਮਲ ਹੋਇਆ। ਈਵਾ ਹਿਟਲਰ ਦੀ ਸਿਹਤ ਲਈ ਸਭਨਾਂ ਨੇ ਜਾਮ ਚੁੱਕੇ। ਈਵਾ ਨੇ ਕਾਫੀ ਸ਼ੈਂਪੇਨ ਪੀ ਲਈ। ਹਿਟਲਰ ਨੇ ਵੀ ਸ਼ੈਂਪਨ ਦਾ ਇੱਕ ਘੁੱਟ ਪੀਤਾ। ਪੁਰਾਣੇ ਦਿਨਾਂ ਬਾਰੇ ਗੱਲਾਂ ਕਰਨ ਲੱਗੇ ਜਦ ਉਹ ਗੋਇਬਲਜ਼ ਦੇ ਵਿਆਹ ਵਿੱਚ ਸ਼ਾਮਲ ਹੋਏ ਸਨ। ਫਿਰ ਅਚਾਨਕ ਉਹਨਾਂ ਦਾ ਮੂਡ ਬਦਲ ਗਿਆ ਅਤੇ ਉਹ ਬੋਲੇ, ਸਭ ਖਤਮ ਹੋ ਗਿਆ, ਮੈਨੂੰ ਸਾਰਿਆਂ ਨੇ ਧੋਖਾ ਦਿੱਤਾ ਹੈ। ਆਪਣੀ ਜੀਵਨ ਦੇ ਆਖਰੀ ਦਿਨ ਹਿਟਲਰ ਨੇ ਕੁਝ ਘੰਟਿਆਂ ਦੀ ਨੀਂਦ ਲਈ ਤਰੋ-ਤਾਜ਼ਾ ਹੋ ਕੇ ਉੱਠੇ। ਅਕਸਰ ਇਹ ਵੇਖਿਆ ਗਿਆ ਹੈ ਕਿ ਮੌਤ ਦੀ ਸਜ਼ਾ ਪਾਏ ਕੈਦੀ ਆਪਣੀ ਮੌਤ ਤੋਂ ਪਹਿਲਾਂ ਦੀ ਰਾਤ ਸੁੱਖ ਦੀ ਨੀਂਦ ਸੌਂਦੇ ਹਨ। ਨਹਾਉਣ ਅਤੇ ਸ਼ੇਵ ਕਰਨ ਤੋਂ ਬਾਅਦ ਹਿਟਲਰ ਆਪਣੇ ਜਰਨੈਲਾਂ ਨੂੰ ਮਿਲੇ। ਉਹਨਾਂ ਨੇ ਕਿਹਾ ਕਿ ਅੰਤ ਨੇੜੇ ਹੈ। ਸੋਵੀਅਤ ਫੌਜੀ ਕਿਸੇ ਵੀ ਪਲ ਉਹਨਾਂ ਦੇ ਬੰਕਰ ਵਿੱਚ ਵੜ ਸਕਦੇ ਹਨ। ਇਸ ਤੋਂ ਕੁਝ ਸਮਾਂ ਬਾਅਦ ਹਿਟਲਰ ਨੇ ਆਪਣੀ ਨਵ-ਵਿਆਹੁਤਾ ਘਰਵਾਲੀ ਈਵਾ ਹਿਟਲਰ ਬਰਾਊਨ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਤਾਂ ਦੋਸਤੋ, ਇਹ ਸੀ ਹਿਟਲਰ ਦੀ ਮੌਤ ਦੇ ਬਾਰੇ ਦੇ ਵਿੱਚ ਕੁਝ ਕੁ ਗੱਲਾਂ। ਜੇਕਰ ਤੁਹਾਡੇ ਕੋਲ ਵੀ ਹਿਟਲਰ ਦੀ ਮੌਤ ਬਾਰੇ ਕੋਈ ਜਾਣਕਾਰੀ ਹੈ ਤਾਂ ਕਮੈਂਟ ਬਾਕਸ ਵਿੱਚ ਸਾਂਝੀ ਕਰਨ ਦੀ ਕਿਰਪਾਲਤਾ ਜ਼ਰੂਰ ਕਰੋ। ਇਹੋ ਜਿਹੀਆਂ ਹੋਰ ਜਾਣਕਾਰੀ ਭਰਪੂਰ ਵੀਡੀਓਜ਼ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਮੇਰੀ ਤੁਹਾਨੂੰ ਰਿਕੁਐਸਟ ਹੈ ਤੁਸੀਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਾਣਕਾਰੀ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਸਕੇ। ਜਲਦੀ ਮਿਲਾਂਗੇ ਇੱਕ ਨਵੀਂ ਤੇ ਹੋਰ ਜਾਣਕਾਰੀ ਭਰਪੂਰ ਵੀਡੀਓ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।